श्री वाहिगुरु जी। सतनाम। श्री वाहिगुरु जी। आओ सिख सतगुर के प्यारियो, गावो सच्ची बाणी। बाणी तां गावो गुरु केरी, बाणियां सिर बाणी। जिनको नदर कर्म होवे, हृदय तिना समानी।
पीवो अमृत सदा रहो हर रंग, जपो सारंग पाणी। कहे नानक सदा गावो, ਇਹ ਸੱਚੀ ਬਾਣੀ। ਮੇਰੀ ਨਮਸਕਾਰ ਗੁਰਦੇਵ ਕੋ, ਮੇਰੀ ਨਮਸਕਾਰ ਗੁਰਦੇਵ ਕੋ। नमस्कार गुरुदेव को, मेरी नमस्कार गुरुदेव को। नमस्कार गुरुदेव को, नमस्कार गुरुदेव को, मेरी नमस्कार गुरुदेव को। मेरी नमस्कार गुरुदेव को, मेरी नमस्कार गुरुदेव को। दंडौत वंदन अनक बार, अनक कला समरथ। डोलन ते राखो प्रभु, नानक दे कर हथ। फिरत फिरत प्रभ आया, भरियो तो सिर नाए। नानक की प्रभ बेनती, अपनी भगति लाए। मेरी नमस्कार गुरुदेव को, मेरी नमस्कार गुरुदेव को। मेरी नमस्कार गुरुदेव को, मेरी
ਨਮਸਕਾਰ ਗੁਰਦੇਵ ਕੋ। ਮੇਰੀ ਨਮਸਕਾਰ ਗੁਰਦੇਵ ਕੋ। ਨਮਸਕਾਰ ਗੁਰਦੇਵ ਕੋ। ਮੇਰੀ ਨਮਸਕਾਰ ਗੁਰਦੇਵ ਕੋ। ਮੇਰੀ ਨਮਸਕਾਰ ਗੁਰਦੇਵ ਕੋ। ਮੇਰੀ ਨਮਸਕਾਰ ਗੁਰਦੇਵ ਕੋ। ਗੁਰੂ ਮਹਾਰਾਜ ਜੀ ਦੀ ਕਿਰਪਾ ਦੁਆਰਾ ਸਤਪੁਰਸ਼ਾਂ ਦੇ ਤਪੋ ਭੂਮੀ ਤੇ ਪਹੁੰਚੀ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਗੁਰੂ ਬਾਬੇ ਨੇ ਕਿਰਪਾ ਕੀਤੀ। ਦਾਵਾ ਅਗਨ ਸਭ ਜਾਲੈ, ਕੋਈ ਹਰਿਓ ਬੂਡਰਿਓ ਰੀ। ਕਿਤੇ ਕਿਤੇ ਜਿਹੜੀਆਂ ਪਰਮੇਸ਼ਰ ਦੇ ਨਾਲ ਜੁੜੀਆਂ ਆਤਮਾ ਹਨ, ਉਹ ਗੁਰੂ ਬਾਬੇ ਦੀ ਕਿਰਪਾ ਦੁਆਰਾ ਪੂਰਨ ਪੁਰਖਾਂ ਦੇ ਦੀਦਾਰ ਔਰ ਗੁਰੂ ਮਹਾਰਾਜ ਜੀ ਦੀ ਰੱਬੀ ਬਾਣੀ ਦਾ ਕੀਰਤਨ, ਨਾਮ ਦਾ ਸਿਮਰਨ, ਕੀਰਤਨ ਦੀ ਗੁਰਬਾਣੀ ਦੀ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਔਰ ਸਮਾਂ ਸਫਲਾ ਕਰਦੀਆਂ ਹਨ। ਜਿਨ੍ਹਾਂ ਤੇ ਅਤ ਕਿਰਪਾ ਹੋਵੇ, ਚਾਹੇ ਚਾਰ ਕਿਰਪਾ ਮੰਨੀਆਂ ਹਨ ਜੀਵ ਤੇ ਪਰਮੇਸ਼ਰ ਦੀ। ਪਹਿਲੀ ਕਿਰਪਾ ਮਨੁੱਖਾ ਦੇ ਮਿਲ ਜਾਣੀ। ਇਹ ਪਰਮੇਸ਼ਰ ਨੇ ਆਪਣੇ ਕੋਲ ਲੁਕੋਇਆ ਨਹੀਂ ਹੈ, ਨਰੈਣੀ ਦੇ ਹੀ ਬਖਸ਼ ਦਿੱਤੀ ਵੀ ਇਹਦੇ ਵਿੱਚ ਮੈਂ ਰਹਿੰਦਾ ਹਾਂ। ਜਿਸ ਨੂੰ ਸੋਝੀ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ। ਗੋਬਿੰਦ ਮਿਲਨ ਕੀ ਹੋ ਤੇਰੀ ਵਰੀਆ। ਜਿਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਦੇਹ ਬਖਸ਼ ਦਿੱਤੀ, ਨਰੈਣੀ ਦੇਹੀ ਬਖਸ਼ ਦਿੱਤੀ। ਆਪਣਾ ਆਪਾ ਪਰਮੇਸ਼ਰ ਨੇ ਇਸ ਜੀਵ ਨੂੰ ਦੇ ਦਿੱਤਾ। ਦੂਸਰੀ ਕਿਰਪਾ, ਉਸ ਘਰਾਣੇ ਵਿੱਚ ਜਨਮ ਦਿੱਤਾ ਜਿਸ ਘਰਾਣੇ ਦੇ ਵਿੱਚ ਪਹਿਲਾਂ ਹੀ ਗੁਰੂ ਨਾਨਕ ਦੀ ਕਿਰਪਾ ਹੈ। ਅੰਮ੍ਰਿਤ ਵੇਲੇ ਮਾਤਾ ਪਿਤਾ ਸਾਵਧਾਨ ਹੁੰਦੇ ਹਨ, ਆਪਣੇ ਬੱਚਿਆਂ ਨੂੰ ਵੀ ਉਹੀ ਲਗਨ ਲਾਉਂਦੇ ਹਨ, ਆਪ ਵੀ ਨਾਮ ਜਪਦੇ ਹਨ, ਬਾਣੀ ਪੜ੍ਹਦੇ ਹਨ। ਨਾਮ ਦਾਨ ਇਸ਼ਨਾਨ ਜਿਹੜੇ ਗੁਰੂ ਘਰ ਦੇ ਅਸੂਲ ਹਨ ਉਹਨਾਂ ਤੇ ਚੱਲਦੇ ਹਨ। ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਦੇ ਹਨ ਬਚਪਨ ਵਿੱਚ ਹੀ। ਇਹ ਦੂਸਰੀ ਕਿਰਪਾ ਹੈ ਪਰਮੇਸ਼ਰ ਦੀ। ਤੀਸਰੀ ਕਿਰਪਾ ਹੈ ਰੱਬੀ ਪੁਰਖਾਂ ਦਾ ਮਿਲਾਪ ਹੋ ਜਾਣਾ। ਸਾਧ ਸੰਗਤ ਜੀ, ਮਹਾਂਪੁਰਖ ਅੱਜ ਸੰਸਾਰ ਤੇ ਇੱਟ ਚੱਕੀ ਤੇ ਮਹਾਂਪੁਰਖ ਨਿਕਲਦਾ ਹੈ। ਹੁਣ ਇਹ ਸੰਤ ਮਹਾਰਾਜ ਜੀ ਦੇ ਬਚਨ ਹਨ ਵੱਡਿਆਂ ਦੇ। ਪਰ ਸਾਧ ਸੰਗਤ ਜੀ, ਜਿਹੜੀ ਗੁਰਬਾਣੀ ਹੈ ਉਹ ਮਹਾਂਪੁਰਖਾਂ ਦੇ ਪ੍ਰਥਾਏ ਜਦ ਤੋਂ ਗੁਰੂ ਮਹਾਰਾਜ ਜੀ ਨੇ ਰਚੀ ਹੈ।
ਇਹ 3 ਕਾਲ ਸਤ ਹੈ ਬਾਣੀ ਦੇ ਬਚਨ। ਪੁੱਛਿਆ ਸੀ 9ਵੇਂ ਪਾਤਸ਼ਾਹ ਮਹਾਰਾਜ ਨੂੰ ਗਰੀਬ ਨਵਾਜ, ਕਿਰਪਾ ਕਰਕੇ ਦੱਸੋ ਕਿਤਨੇ ਇੱਕ ਨਾਮ ਜਪਣ ਵਾਲੇ ਭੇਦ ਪੁਰਸ਼ ਹੋਣਗੇ। ਉਹਨਾਂ ਨੇ ਫਿਰ ਆਪਣੀ ਪਵਿੱਤਰ ਬਾਣੀ ਵਿੱਚ ਲਿਖਿਆ, ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ। ਇਹ 9ਵੇਂ ਗੁਰੂ ਨਾਨਕ ਦੇ ਬਚਨ ਹਨ। ਜਦ ਦੁਨੀਆ ਦਾ ਬਹੁਤ ਗਿਣਤੀ ਘੱਟ ਹੁੰਦੀ ਸੀ, ਉਦੋਂ ਮਹਾਰਾਜ ਜੀ ਨੇ ਕਰੋੜਾਂ 'ਚ ਇੱਕ ਦੱਸਿਆ ਸੀ। ਹੁਣ ਤਾਂ ਗਿਣਤੀ ਬਹੁਤ ਵੱਧ ਚੁੱਕੀ ਹੈ। ਜੇ ਹੁਣ ਦੀ ਗਿਣਤੀ ਦੇ ਹਿਸਾਬ ਨਾਲ ਲਾਈਏ ਫਿਰ ਤਾਂ ਇਸ ਤੋਂ ਵੀ ਅੱਗੇ ਗੱਲ ਨੰਗੀ, ਪਰ ਆਪਾਂ ਗੁਰਬਾਣੀ ਦੇ ਹੀ ਬਚਨ ਮੰਨੇ ਹਨ ਜੋ ਗੁਰਬਾਣੀ ਕਹਿੰਦੀ ਹੈ। ਤੀਸਰੀ ਕਿਰਪਾ ਰੱਬੀ ਪੁਰਸ਼ਾਂ ਦਾ ਮਿਲਾਪ। ਸਾਧ ਸੰਗਤ ਜੀ, ਸੰਗਤ ਦਾ ਇਕੱਠ ਲੱਖਾਂ ਦੀ ਤਾਦਾਦ ਵਿੱਚ ਹੋਵੇ, ਹਜ਼ਾਰਾਂ ਦੀ ਤਾਦਾਦ ਵਿੱਚ ਹੋਵੇ, ਜੇ ਉੱਥੇ ਕੋਈ ਰੱਬ ਦਾ ਪਿਆਰਾ ਨਹੀਂ, ਫਿਰ ਤਾਂ ਭਗਤ ਕਬੀਰ ਜੀ ਦੇ ਕਥਨ ਅਨੁਸਾਰ ਕਬੀਰ ਜੈ ਜੈ ਹੋਂ ਫਿਰਿਓ ਕੌਤਕ ਠੌਰ ਠਾਹੇ, ਇੱਕ ਰਾਮ ਸਨੇਹੀ ਵਾਹਿਰਾ ਉਜਰ ਮੇਰੇ ਪਹੇ। ਆਪਾਂ ਤਾਂ ਗੁਰਬਾਣੀ ਦੇ ਬਚਨਾਂ ਤੇ ਚੱਲਣਾ ਹੈ। ਸੰਤ ਮਹਾਰਾਜ ਜੀ ਨੇ 55 ਸਾਲ ਤਕਰੀਬਨ ਗੁਰਬਾਣੀ ਦਾ ਕੀਰਤਨ ਦਾ, ਗੁਰਬਾਣੀ ਦਾ ਪ੍ਰਚਾਰ ਕੀਤਾ। ਉਹ ਆਤਮ ਰਸੀਏ ਮਹਾਂਪੁਰਖਾਂ ਨੇ ਇੱਕ ਦਿਨ ਵੀ ਇੱਕ ਵੀ ਵਚਨ ਐਸਾ ਨਹੀਂ ਕੀਤਾ ਜਿਹੜਾ ਗੁਰਬਾਣੀ ਤੋਂ ਬਾਹਰ ਹੋਵੇ। ਆਪਾਂ ਨੂੰ ਵੀ ਸਤ ਉਪਦੇਸ਼ ਉਹੀ ਹੈ। ਇਹ ਤੀਸਰੀ ਕਿਰਪਾ ਹੈ ਜੀਵ ਤੇ ਜਿਹੜੀ ਤੁਹਾਡੇ ਤੇ ਹੋਈ ਹੈ। ਰੱਬੀ ਪੁਰਖਾਂ ਦਾ ਮਿਲਾਪ, ਦਰਸ਼ਨ ਮੇਲਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਚੱਲਦਾ ਹੈ। ਪੂਰਵ ਕਰਮ ਅੰਕਰ ਜੈ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਰਸਕ ਬੈਰਾਗੀ ਕਿਹਾ ਹੈ ਆਤਮ ਰਸੀਏ ਮਹਾਂਪੁਰਖ ਨੂੰ। ਪਰਮੇਸ਼ਰ ਵਿੱਚ ਭੇਦ ਮਹਾਂਪੁਰਖਾਂ ਨੂੰ ਰਸਕ ਬੈਰਾਗੀ ਦੱਸਿਆ ਗੁਰਬਾਣੀ ਨੇ। ਜਿਨ੍ਹਾਂ ਨੇ ਬਰਾਗ ਵਿੱਚ ਰਸ ਲੈ ਲੈ ਕੇ ਆਪਣੀ ਜੀਵ ਆਤਮਾ ਨੂੰ ਪਰਮੇਸ਼ਰ ਵਿੱਚ ਅਭੇਦ ਕਰਕੇ ਪਰਮ ਸੁਖੀ ਹੋਏ, ਆਪ ਵੀ ਪਰਮ ਸੁਖੀ ਹੋਏ, ਪਰਮ ਪਦ ਦੀ ਪ੍ਰਾਪਤੀ ਕੀਤੀ। ਜਿਹੜੇ ਉਹਨਾਂ ਦੀ ਸੰਗਤ ਕਰਦੇ ਹਨ ਉਹਨਾਂ ਨੂੰ ਵੀ ਫਿਰ ਸਾਧ ਸੰਗਤ ਜੀ ਨਾਮ ਦੀ ਦਾਤ, ਅੰਮ੍ਰਿਤ ਦੀ ਦਾਤ ਬਖਸ਼ ਕੇ ਅਭੇਦ ਕਰਨ ਨੂੰ ਸਮਰੱਥ ਹਨ ਉਹ ਮਹਾਂਪੁਰਖ। ਇਹੋ ਜਿਹੇ ਮਹਾਂਪੁਰਖਾਂ ਦਾ ਮਿਲਾਪ ਹੋ ਜਾਣਾ, ਇਹ ਤੀਸਰੀ ਕਿਰਪਾ ਹੈ। ਚੌਥੀ ਕਿਰਪਾ ਗੁਰਬਾਣੀ ਨੇ ਦੱਸੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਸੀ। ਸਾਧ ਸੰਗਤ ਜੀ, ਫਿਰ ਚੌਥੀ ਕਿਰਪਾ ਇਸ ਜੀਵ ਨੇ ਚਾਹੇ ਹੁੰਦੀ ਉਹ ਵੀ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੈ, ਪਰ ਉੱਥੇ ਗੁਰਬਾਣੀ ਨੇ ਦੱਸਿਆ, ਕਹਿੰਦੀ ਉਦਮ ਕਰੇਂਦਿਆਂ ਜਿਉ ਤੂੰ ਕਮਾਮਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੈ ਚਿੰਤ। ਇੱਥੇ ਉਦਮ ਕਰਨਾ ਪੈਂਦਾ ਹੈ। ਫਿਰ ਉਹ ਲੰਮੀਆਂ ਤਾਣ ਕੇ ਨਹੀਂ ਸੌਂਦੇ ਜਿਹੜੇ ਰੱਬ ਦੇ ਵਿਯੋਗੀ ਹਨ। ਆਓ ਸਾਧ ਸੰਗਤ ਜੀ, ਇਹ ਆਪਾਂ ਨੂੰ ਸਮਾਂ ਪ੍ਰਾਪਤ ਹੋਇਆ ਹੈ ਜਿਹੜੇ ਸਮੇਂ ਦੇ ਗੁਰਬਾਣੀ ਨੇ ਬਚਨ ਕੀਤੇ ਹਨ। ਹੁਣ ਇਸ ਤੋਂ ਲਾਹਾ ਲੈਣਾ ਇਹ ਜੀਵ ਦਾ ਆਪਣਾ ਪਰਮ ਧਰਮ ਹੈ। ਤਕਰੀਬਨ 9 ਵਜੇ ਤੱਕ ਦਾ ਸਮਾਂ ਹੈ। ਜੋ ਸਤਪੁਰਸ਼ਾਂ ਦਾ ਸਤ ਉਪਦੇਸ਼ ਹੈ, ਜੋ ਇਹਨਾਂ ਦੇ ਵਚਨ ਹਨ ਇਲਾਹੀ ਵਚਨ, ਨਾਮ ਵੀ ਜਪਾਂਗੇ ਆਪਾਂ ਵਾਹਿਗੁਰੂ ਦਾ, ਔਰ ਗੁਰੂ ਦੀ ਕਿਰਪਾ ਦੁਆਰਾ ਗੁਰਬਾਣੀ ਦਾ ਕੀਰਤਨ ਤਿੰਨਾਂ ਹਿੱਸਿਆਂ ਵਿੱਚ ਗੱਜ ਵੱਜ ਕੇ ਬੋਲਿਆ ਕਰੋ, ਚਾਹੇ ਸੰਗਤ ਥੋੜੀ ਹੋਵੇ ਚਾਹੇ ਜ਼ਿਆਦਾ ਹੋਵੇ। ਸੰਤ ਮਹਾਰਾਜ ਜੀ ਵਚਨ ਕਰਿਆ ਕਰਦੇ ਸਨ। ਇੱਕ ਇੱਕ ਸਾਧ ਸੰਗਤ ਜੀ ਸੰਸਾਰ ਦੇ ਸੁੱਖਾਂ ਦਾ ਦੁੱਖਾਂ ਦਾ ਹਜ਼ੂਰ ਨੇ ਐਸੇ ਬਚਨ ਕੀਤੇ ਹਨ ਵੀ ਜਦੋਂ ਬਚਨ ਯਾਦ ਆਉਂਦੇ ਹਨ, ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ 10 ਗੁਰੂਆਂ ਭਗਤਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੋਈ ਵੀ ਐਸਾ ਬਚਨ ਨਹੀਂ ਜਿਹੜਾ ਪਰਮਾਰਥ ਔਰ ਸੰਸਾਰ ਵਿੱਚ ਕੰਮ ਨਾ ਆਉਂਦਾ ਹੋਵੇ। ਇਸੇ ਤਰ੍ਹਾਂ ਵੱਡੇ ਮਹਾਰਾਜ ਜੀ ਨੇ ਆਪਣੇ ਉਪਦੇਸ਼ ਦੇ ਵਿੱਚ ਕਦੇ ਵੀ ਐਸਾ ਬਚਨ ਸਾਧ ਸੰਗਤ ਜੀ ਨਹੀਂ ਛੱਡਿਆ ਸੰਸਾਰ ਨੂੰ ਸਮਝਾਉਣ ਨੂੰ ਜਿਹੜਾ ਇਸ ਜੀਵ ਨੂੰ ਸਮਝ ਨਾ ਆਉਂਦਾ ਹੋਵੇ। ਵੱਡੇ ਮਹਾਰਾਜ ਬਚਨ ਕਰਿਆ ਕਰਦੇ ਸਨ ਇਕੱਠਾਂ ਬਾਰੇ, ਇਕੱਠ ਬਾਰੇ ਬਚਨ ਕਰਦੇ ਹੋਏ ਕਈ ਵਾਰੀ ਆਪਣੀ ਮੌਜ ਵਿੱਚ ਆ ਕੇ ਬਚਨ ਕਰਿਆ ਕਰਦੇ ਸਨ। ਕਹਿੰਦੇ ਭਾਈ ਇਕੱਠ ਤਾਂ ਮੇਲਿਆਂ ਵਿੱਚ ਬਹੁਤ ਹੁੰਦਾ ਹੈ, ਇਕੱਠ ਨਾਚ ਗਾਣਿਆਂ ਵਿੱਚ ਬਹੁਤ ਹੁੰਦਾ ਹੈ, ਪਰ ਕਹਿੰਦੇ ਹੀਰਿਆਂ ਦਾ ਵਪਾਰੀ ਤਾਂ ਕੋਈ ਕੋਈ ਹੁੰਦਾ ਹੈ।
ਸਾਡੇ ਕਹਿੰਦੇ ਚਰਨਾਂ ਵਿੱਚ ਉਹ ਪ੍ਰੇਮੀ ਆਏਗਾ ਜਿਹਦਾ ਇੱਕ ਅੱਧਾ ਜਨਮ ਰਹਿੰਦਾ ਹੈ ਜਾਂ ਜਿਹਨੇ ਅਭੇਦ ਹੋਣਾ ਹੈ। ਕਹਿੰਦੇ ਇੱਕ ਵੀ ਇਤਨੇ ਮਾੜੇ ਕਰਮਾਂ ਵਾਲਾ ਸਾਡੀ ਸੰਗਤ ਵਿੱਚ ਨਹੀਂ ਆ ਸਕਦਾ ਜਿਹਨੇ ਸੰਸਾਰ ਵਿੱਚ ਰਹਿ ਕੇ ਕਈ ਜਨਮ ਧਾਰਨੇ ਹਨ। ਕਹਿੰਦੇ ਸਾਡੇ ਕੋਲ ਉਹ ਆਏਗਾ ਜਿਹਦਾ ਪਿਛਲਾ ਲੇਖਾ ਜੋਖਾ ਮੁੱਕਿਆ ਹੋਇਆ ਹੈ। ਤਾਂ ਹੀ ਤਾਂ ਗੁਰਬਾਣੀ ਨੇ ਬਚਨ ਕੀਤੇ ਹਨ, ਪੂਰਵ ਕਰਮ ਅੰਕਰ ਜਬ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਬਾਣੀ ਅਨੁਸਾਰ ਮਹਾਰਾਜ ਜੀ ਬਚਨ ਕਰਦੇ ਸਨ। ਆਓ ਹੁਣ ਆਪਣੇ ਤੇ ਗੁਰੂ ਬਾਬੇ ਨੇ ਕਿਰਪਾ ਤਾਂ ਕਰ ਦਿੱਤੀ, ਇਸ ਤੋਂ ਲਾਹਾ ਲੈਣਾ ਸਾਧ ਸੰਗਤ ਜੀ ਹੁਣ ਆਪਣਾ ਪਰਮ ਧਰਮ ਹੈ। ਆਓ ਗੁਰੂ ਦੀ ਕਿਰਪਾ ਦੁਆਰਾ ਜਿਉਂ ਬੁਲਾਵੇਂ ਤਿਉਂ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਂਪੁਰਖ ਦੋਨੇ ਸਿਰ ਤੇ ਮਿਹਰ ਭਰੇ ਹੱਥ ਰੱਖ ਦੇਣ, ਫਿਰ ਗੂੰਗੇ ਤੋਂ ਵੀ ਕਥਾ ਕਰਾ ਲੈਂਦੇ ਹਨ। ਆਓ ਆਪਣਾ ਪ੍ਰਸੰਗ ਸੰਗਰਾਂਦ ਵਾਲੇ ਦਿਨ ਗੁਰੂ ਦੀ ਕਿਰਪਾ ਨਾਲ ਵਰਮ ਗਿਆਨੀਆਂ ਦਾ ਪਿੰਡ, ਉਹਨਾਂ ਨੂੰ ਮਾਣ ਸੀ ਵੀ ਸਾਡਾ ਪਿੰਡ ਵਰਮ ਗਿਆਨੀਆਂ ਦਾ ਹੈ। ਗੁਰੂ ਮਹਾਰਾਜ ਨੇ ਫਿਰ ਉੱਥੇ ਬਚਨ ਕੀਤੇ, ਕਹਿੰਦੇ ਮਰਦਾਨਿਆਂ ਰਵਾਬ ਚੱਕ ਕਰਤਾਰ ਦਾ ਹੁਕਮ ਹੋਇਆ ਹੈ। 7 ਬਚਨ ਮਹਾਰਾਜ ਜੀ ਉੱਥੋਂ ਹਜ਼ੂਰ ਨੇ ਚਾਲੇ ਪਾਏ। ਸਾਧ ਸੰਗਤ ਜੀ ਕਾਦੀਆਂ ਤੋਂ ਨਾ ਗਜਾਉਂਦੇ ਆਉਂਦੇ ਹਨ। ਆਓ ਪ੍ਰੇਮ ਨਾਲ ਪੜ੍ਹੀਏ ਹਜ਼ੂਰ ਆਪਣੀ ਪਵਿੱਤਰ ਰਸਨਾ ਤੋਂ। ਜਿਆਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਰੇ ਬਚਨ ਕਰਦੇ ਤਾਂ ਫਿਰ ਐਸਾ ਇਲਾਹੀ ਨਾਦ ਛੇੜ ਦਿੰਦੇ, ਸਾਰਿਆਂ ਦੇ ਵਿੱਚੋਂ ਵਾਹਿਗੁਰੂ ਦੀਆਂ ਆਵਾਜ਼ਾਂ ਸਾਧ ਸੰਗਤ ਜੀ ਐ ਸੁਣਦੀਆਂ ਸਨ ਜਿਵੇਂ ਫੁਆਰੇ ਵਿੱਚੋਂ ਪਾਣੀ ਚੱਲਦਾ ਹੈ। ਇਉਂ ਹਜ਼ੂਰ ਆਪਣੀ ਧੁਨ ਦੇ ਵਿੱਚ ਆਤਮ ਰਸ ਵਿੱਚ ਝੂਮਦੇ ਉਸ ਪਿੰਡ ਦਾ ਆਧਾਰ ਕਰਨ ਵਾਸਤੇ ਜਾ ਰਹੇ ਹਨ। ਤੂੰ ਹੀ ਮੋਹਨਾ, ਤੂੰ ਹੀ ਮੋਹਨਾ, ਹੀ ਮੋਹਨਾ, ਤੂੰ ਹੀ ਮੋਹਨਾ।
आओ हजूर तू ही दी धुन चारदे करदे होए उस नगर विच पहुंचे। बाहर बाहर नगर दे बैठे हजूर ने, जिथे जाए वह मेरा सतगुरु सो थान साहबा राम राजे। सारी धरती पवित्र होई, खुशबू आउण लगी नाम दी उस धरती विचों। साध संग जी अखां नाल ते कन्नां नाल सुणदे रहे आ। जिथे महाराज जी दीवान लाउण जांदे सन, जिथे चरण पाउंदे सन धरती दे, उस धरती विचों नाम दी खुशबू आउंदी देखी। ਇਹ ਕੰਨਾਂ ਨਾਲ ਸੁਣਦੇ ਰਹੇ ਆ, ਅੱਖਾਂ ਨਾਲ ਦੇਖਦੇ ਰਹੇ ਆ, ਸੁਣੀ ਸੁਣਾਈ ਗੱਲ ਨਹੀਂ ਹੈ। ਜਦ ਲੁਧਿਆਣੇ ਵਿੱਚ ਦੀਵਾਨ ਲੱਗਦੇ, ਸਾਰਾ ਲੁਧਿਆਣਾ ਟਹਿਕਦਾ ਹੁੰਦਾ। ਅੱਧੀ ਰਾਤ ਤੱਕ ਸਾਈਕਲ, ਸਕੂਟਰ, ਮੋਟਰਸਾਈਕਲ, ਟਰੱਕ ਗੂੰਜਾਂ ਪੈਂਦੀਆਂ ਹੁੰਦੀਆਂ ਲੁਧਿਆਣੇ। ਚਾਅ ਚੜ੍ਹਿਆ ਹੁੰਦਾ ਲੁਧਿਆਣੇ ਤੇ ਪਿੰਡਾਂ ਦੀਆਂ ਸੰਗਤਾਂ ਨੂੰ। आओ ब्याह वर्गे दिन निकलते सन, अपने नाल ही लै गए सारा कुछ। आओ उत्थे पहुंचे गुरु नानक सच्चे पातशाह ने। उत्थे फिर साध संग जी इलाही नाद छेड़ के परमेश्वर का जस किया। सारे नगर निवासी हजूर के चरणों विच आए। हुणे तां महापुरुषां दे आपां दर्शन करदे आ। यही दर्शन इतने दुर्लभ हैं संसार च, इहो जिहा कोई चेहरा नहीं। महापुरखा वर्गा कोई चेहरा नहीं हुंदा। ये तुसीं प्रैक्टिकली देख लिओ, संसारी बंदे आप। महापुरखा वर्गी तोर नहीं हुंदी संसार दी। ये सारा कुछ गुरबाणी विच लिखिया होया है। अमृत पिन्ने लोए ना, मन प्रेम रतना राम राजे। साध संग जी जिन्हां दे अंतर रूपी घर दे विच परमेश्वर दा वास है, उन्हां दे नैन रस नाल भिजे होए, मन प्रेम नाल भिजिया होया। तोर ऐसी हुंदी है मस्तानी। जद संत महाराज जी तुरदे सन, संगतां खड़ खड़ देखदियां सन। आपां सारे दर्शन मेला करदे रहे हैं। आओ हजूर ने उत्थे जाके धरती नूं पवित्र कीता। सारा नगर हजूर दे चरनां विच पहुंचिया। नमस्कारां कीतियां, नरानी चेहरे दे दर्शन कीते, मन दियां भुखां लै गईयां। साध संग जी हजूर नूं पुछया भी सच्चे पातशाह प्रसाद पाणी। तां मरदाने ने कहा भी ये नानक निरंकारी सवाल नहीं करते, कोई लै आउंदा है तां प्रेम पूरा करते हैं। उत्थे फिर कुछ साध संग जी नगर दे प्रेमियां ने ड्यूटी लाई। समय अनुसार प्रसाद पाणी पहुँचता रहा। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਮਰਦਾਨਿਆਂ ਆਪਾਂ ਜਿਸ ਵਾਸਤੇ ਆਏ ਹਾਂ ਭਾਈ, ਕਾਰਜ ਕਰਨ ਵਾਸਤੇ ਨਿਰੰਕਾਰ ਨੇ ਆਪਾਂ ਨੂੰ ਭੇਜਿਆ ਹੈ। ਇਹ ਸਾਰਾ ਨਗਰ ਆਪਣੇ ਆਪ ਨੂੰ ਵਰਮ ਗਿਆਨੀਆਂ ਦਾ ਨਗਰ ਰਖਾਉਂਦਾ ਹੈ। ਕਹਿੰਦੇ ਇੱਥੇ ਕਰਤਾਰ ਨੇ ਆਪਾਂ ਨੂੰ ਇਹਨਾਂ ਦੇ ਭਲੇ ਵਾਸਤੇ ਭੇਜਿਆ ਹੈ। ਜਾ ਨਗਰ ਦੇ ਵਿੱਚ, ਸਾਰੇ ਨਗਰ ਦੇ ਵਿੱਚ ਇਹ ਆਵਾਜ਼ ਦੇ, ਹੋਕਾ ਦੇ। ਤਾਂ ਭਾਈ ਮਰਦਾਨਾ ਗੁਰੂ का ਹੁਕਮ ਪਾ ਕੇ ਸਾਧ ਸੰਗਤ ਜੀ ਇਉਂ ਹੋਕਾ ਦਿੰਦਾ ਹੈ। ਨਗਰ ਸ਼ਹਿਰਾਂ ਦੇ ਵਿੱਚ ਉੱਚੀ ਉੱਚੀ ਨਾਮ ਵਿੱਚ ਰੰਗਿਆ ਭਾਈ ਮਰਦਾਨਾ ਆਪਣੀ ਪਵਿੱਤਰ ਰਸਨਾ ਤੋਂ ਇਉਂ ਸਾਧ ਸੰਗਤ ਜੀ ਹੋਕੇ ਦਿੰਦਾ ਹੈ। ਆ ਗਿਆ ਬਾਬਾ ਵੈਦ ਰੋਗੀਆਂ ਦਾ, आ गया जी बाबा वैद रोगियां दा। आ गया आ गया जी बाबा वैद रोगियां दा। आ गया जी बाबा वैद रोगियां दा।
ਵੈਦ ਰੋਗੀਆਂ ਦਾ ਬਾਬਾ, ਵੈਦ ਰੋਗੀਆਂ ਦਾ, ਵੈਦ ਰੋਗੀਆਂ ਦਾ ਬਾਬਾ, ਵੈਦ ਰੋਗੀਆਂ ਦਾ। ਵੈਦ ਰੋਗੀਆਂ ਦਾ, ਵੈਦ ਰੋਗੀਆਂ ਦਾ, ਵੈਦ ਰੋਗੀਆਂ ਦਾ ਬਾਬਾ, ਵੈਦ ਰੋਗੀਆਂ ਦਾ। ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ, ਆ ਗਿਆ ਜੀ ਬਾਬਾ ਵੈਦ ਰੋਗੀਆਂ ਦਾ। ਇਹ ਆਵਾਜ਼ਾਂ ਸੁਣ ਕੇ ਸਾਰੇ ਪਿੰਡਾਂ ਸ਼ਹਿਰਾਂ ਦੇ ਬੰਦੇ ਜਿਤਨੇ ਨਗਰਾਂ ਵਿੱਚ ਭਾਈ ਮਰਦਾਨਾ ਜੀ ਗਏ, ਸਾਰੇ ਇਕੱਠੇ ਹੋ ਕੇ ਮਹਾਰਾਜ ਦੇ ਚਰਨਾਂ ਵਿੱਚ ਆਏ। ਕਹਿੰਦੇ ਸੱਚੇ ਪਾਤਸ਼ਾਹ ਵੀ ਜਿਹੜਾ ਇਸ ਸਟੇਟ ਦਾ ਰਾਜਾ ਹੈ, ਵੀ ਉਹਦੀ ਪਿੱਠ ਤੇ ਕਿਹੋ ਜਿਹਾ ਫੋੜਾ ਹੈ ਕੈਂਸਰ ਦਾ, ਦਿਨ ਰਾਤ ਤੜਫਦਾ ਹੈ ਉਹ ਰਾਜਾ ਸਾਡਾ, ਪਰ ਹੈ ਧਰਮਾਤਮਾ, ਆਪਣੀ ਪ੍ਰਜਾ ਦਾ ਬਹੁਤ ਖਿਆਲ ਰੱਖਦਾ ਹੈ, ਬੱਚਿਆਂ ਵਾਂਗੂ ਪਾਲਦਾ ਹੈ। ਵੀ ਜੇ ਕਿਰਪਾ ਦ੍ਰਿਸ਼ਟੀ ਕਰਦੇ ਹੋ ਰਾਜੇ ਦਾ ਰੋਗ ਠੀਕ ਹੋ ਜਾਏ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਇੱਕ ਰੋਗ ਨਹੀਂ, ਤਿੰਨੇ ਤਾਪ ਲਾ ਦਿੰਦਾ ਹੈ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ। ਕਦੇ ਗੁਰੂ ਬਾਬੇ ਨੇ ਵਚਨ ਨਹੀਂ ਕੀਤਾ ਵੀ ਮੈਂ ਠੀਕ ਕਰਾਂਗਾ, ਕਦੇ ਸੰਤ ਮਹਾਰਾਜ ਜੀ ਨੇ ਵਚਨ ਨਹੀਂ ਕੀਤਾ ਵੀ ਮੇਰੀ ਕਿਰਪਾ ਦੁਆਰਾ ਇਹ ਕੰਮ ਹੋਏਗਾ। ਜਦ ਵੀ ਵਚਨ ਕਰਦੇ ਕਰਤਾਰ ਭਲੀ ਕਰੇ, ਗੁਰੂ ਨਾਨਕ ਭਲੀ ਕਰੇ, ਪਰਮੇਸ਼ਰ ਭਲੀ ਕਰੇ। ਮਹਾਂਪੁਰਖ ਨਹੀਂ ਆਪਣੇ ਸਿਰ ਲੈਂਦੇ ਹੁੰਦੇ, ਜਿਹੜੇ ਮਹਾਂਪੁਰਖ ਹਨ ਸਾਧ ਸੰਗਤ ਜੀ, ਗੁਰੂ ਪੀਰ, ਉਹ ਤਾਂ ਤੂੰ ਕਰਦੇ ਹਨ। ਜਿਹੜੇ ਸੰਸਾਰੀ ਸਾਧੂ ਸੰਤ ਹਨ ਉਹ ਮੈਂ ਕਰਦੇ ਹਨ। ਇਤਨਾ ਹੀ ਫਰਕ ਹੈ, ਮੋਟੀ ਜੀ ਬੁੱਧ ਵਾਲਾ ਵੀ ਇਹ ਵਿਚਾਰ ਕਰ ਸਕਦਾ ਹੈ। ਜਿਹੜੇ ਦੁਨਿਆਵੀ ਲੋਕ ਸਾਧ ਸੰਤ ਬਣੇ ਹਨ ਉਹ ਮੈਂ ਕਰਦੇ ਫਿਰਦੇ ਹਨ। ਜਿਹੜੇ ਰੱਬ ਦੇ ਪਿਆਰੇ ਹਨ ਉਹ ਤੂੰ ਕਰਦੇ, ਤੂੰ ਵਿੱਚ ਭੇਦ ਹੋ ਜਾਂਦੇ ਹਨ। ਪੁੱਛੋ ਆਪਣੇ ਗੁਰੂ ਨੂੰ ਵੀ ਇਹ ਬਚਨ ਸੱਤ ਹਨ। ਮਹਾਰਾਜ ਕਹਿੰਦੇ ਭਗਤ ਕਬੀਰ ਜੀ ਦੀ ਰਸਨਾ ਤੋਂ, ਕਹਿੰਦੇ ਤੂੰ ਕਰਤਾ ਤੂੰ ਪਿਆ, ਮੁਝ में रहा ना हूँ, जब आपा परखा मिट गया, जत देखा तत तू। साध संग जी परमेश्वर तो बगैर तो कोई जगह ही नहीं, पर ये मूर्ख मन, संसारी मन सारा दिन झगड़े झाटियां दे विच संगत नाल भी झगड़े करदा, गुरुआं बारे भी इहो जे बचन बोलदा। साध संग जी वो रसना सड़ जावे जिहड़ी गुरु बाबे बारे भी ਇਹੋ ਜਿਹੇ ਬਚਨ ਕਰਦਾ ਹੈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਰੀਰ ਨੂੰ ਕੋਈ ਬਾਤ ਘਾਟ ਹੋਈ। ਆਪਾਂ ਤਾਂ ਨਹੀਂ ਆਪਣੇ ਮੁਖ ਤੋਂ ਇਹੋ ਜਿਹਾ ਬਚਨ ਕਰ ਸਕਦੇ। ਇਹ ਸਮਾਂ ਆਏਗਾ, ਸੰਸਾਰ ਦੇਖੇਗਾ, ਜਿਹੜਾ ਗੁਰੂ ਪੀਰਾਂ ਬਾਰੇ ਵੀ ਇਹੋ ਜਿਹੇ ਬਚਨ ਕਰਦਾ। ਗੁਰੂ ਪੀਰਾਂ ਨੂੰ ਇੱਕ ਮਨੁੱਖ ਜਾਣ ਕੇ, ਤਿੰਨਾਂ ਲੋਕਾਂ 14 ਭਵਨਾਂ ਦਾ ਮਾਲਕ ਉਹ ਪਰਮੇਸ਼ਰ ਆਪ ਨਾਰਾਇਣ ਕਲਾਧਾਰ, ਜਗ ਮੈਂ ਪਰਵਰਿਓ 10 ਲੱਖ ਦੀ ਫੋੜ 10ਵੇਂ ਜਾਮੇ ਵਿੱਚ ਸਾਹਮਣੇ ਆਈ, ਕੋਈ ਫੜ ਵੀ ਨਹੀਂ ਸਕਿਆ, ਮਾਰਨਾ ਤਾਂ ਦੂਰ ਦੀ ਗੱਲ ਹੈ। ਇਹ ਤਾਂ ਇੱਕ ਮੂਰਖ ਬੰਦਿਆਂ ਦੀਆਂ ਗੱਲਾਂ ਹਨ ਜਿਹੜੇ ਕਰਦੇ ਹਨ। ਆਓ ਗੁਰੂ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਵਿੱਚ ਇਤਨੀ ਤਾਕਤ ਹੈ, ਕਹਿੰਦੇ ਇੱਕ ਰੋਗ ਉਹ ਤਾਂ ਤਿੰਨੇ ਤਾਪ ਲਾ ਦਿੰਦਾ ਹੈ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ। ਸਾਧ ਸੰਗਤ ਜੀ, ਸਾਧੂ ਸੰਤ ਗੁਰੂ ਪੀਰ
ਇਹ ਤਾਂ ਕਰੋੜਾਂ ਤੇ ਅਰਬਾਂ 'ਚ ਕੋਈ ਇੱਕ ਅੱਧਾ ਹੁੰਦਾ ਹੈ, ਬਾਕੀ ਤਾਂ ਹੋਰ ਸਗਲੇ ਵਿਵਹਾਰੀ ਕੋਟ ਮਦੇ ਕੋਈ ਬਿਰਲਾ ਸੇਵਕ ਸਾਡਾ ਗੁਰੂ ਕਹਿੰਦਾ ਹੈ, ਹੋਰ ਸਗਲੇ ਵਿਵਹਾਰੀ। ਇਹ ਤਾਂ ਬਿਹਾਰਕਾਰ ਵਾਲੇ ਬੰਦੇ ਖਨ। ਸੰਤ ਮਹਾਰਾਜ ਜੀ ਦੇ ਚਰਨਾਂ ਵਿੱਚ ਦੋ ਮਸਤਾਨੀਆਂ ਬੀਬੀਆਂ ਹੋਈਆਂ ਹਨ, ਇੱਕ ਲਾਹੌਰ ਦੀ ਸੀ, ਇੱਕ ਪੰਜਾਬ ਦੀ ਹੀ ਸੀ। ਲਾਹੌਰ ਦੀ ਜਿਹੜੀ ਬੀਬੀ ਸੀ ਬਹੁਤ ਉੱਚੀ ਅਵਸਥਾ ਦੀ ਮਾਲਕ ਸੀ। ਉਹ ਇੱਕ ਦਿਨ ਆਪਣੇ ਕਮਰੇ ਵਿੱਚ ਸੰਤ ਮਹਾਰਾਜ ਜੀ ਭੋਰਾ ਸਾਹਿਬ ਵਿਖੇ ਹਨ। ਆਪਣੇ ਕਮਰੇ ਦੇ ਵਿੱਚ ਮਸਤਾਨੀ ਅਵਸਥਾ ਦੇ ਵਿੱਚ ਐਸਾ ਸ਼ਬਦ ਪੜ੍ਹਦੀ ਹੈ ਸਾਧ ਸੰਗਤ ਜੀ ਜਿਹੜਾ ਆਉਣ ਵਾਲੇ ਸਮੇਂ ਦਾ ਪ੍ਰਤੀਕ ਸੀ। ਕੀ ਪੜ੍ਹਦੀ ਹੈ ਆਪਣੀ ਪਵਿੱਤਰ ਰਸਨਾ ਤੋਂ? ਆਓ ਸਾਰੇ ਆਪਾਂ ਪ੍ਰੇਮ ਨਾਲ ਪੜ੍ਹੀਏ। ਇਹ ਫਿਰ ਸੰਤ ਮਹਾਰਾਜ ਜੀ ਸਰਬੱਗ ਮਹਾਂਪੁਰਸ਼ ਤਰਕਾਲੀ ਉਹਨੂੰ ਬੁਲਾਉਣਗੇ, ਬਚਨ ਸੁਣਨਗੇ ਔਰ ਆਪਣੇ ਆਉਣ ਵਾਲੇ ਭਵਿੱਖਤ ਵਚਨ ਕਰਨਗੇ। ਆਪਣੀ ਰਸਨਾ ਤੋਂ ਇਉਂ ਵਚਨ ਕਰਦੀ ਹੈ ਮਸਤਾਨੀ ਬੀਬੀ ਆਤਮ ਆਨੰਦ ਦੇ ਵਿੱਚ। ਰਾੜੇ ਵਾਲਾ ਨੀ ਕਿਸੇ ਨੇ ਬਣ ਜਾਣਾ, ਸਾਧੂ ਤਾਂ ਬਥੇਰੇ ਹੋਣਗੇ। ਰਾੜੇ ਵਾਲਾ ਨੀ ਕਿਸੇ ਨੇ ਬਣ ਜਾਣਾ, ਸਾਧੂ ਤਾਂ ਬਥੇਰੇ ਜਗ ਤੇ। ਰਾੜੇ ਵਾਲਾ ਨੀ ਕਿਸੇ ਨੇ ਬਣ ਜਾਣਾ, ਕਿਸੇ ਨੇ ਬਣ ਜਾਣਾ, ਸਾਧੂ ਤਾਂ ਬਥੇਰੇ ਜਗ ਤੇ। ਰਾੜੇ ਵਾਲਾ ਨੀ ਕਿਸੇ ਨੇ ਬਣ ਜਾਣਾ, ਹੋ ਸਾਧੂ ਤਾਂ ਬਥੇਰੇ ਜਗ ਤੇ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ। ਆਓ ਸਾਧ ਸੰਗਤ ਜੀ, ਆਪਣੇ ਆਨੰਦ ਵਿੱਚ ਕਮਰਾ ਬੰਦ ਹੈ, ਇਹ ਸ਼ਬਦ ਪੜ੍ਹ ਰਹੀ ਹੈ। ਮਹਾਰਾਜ ਜੀ ਨੇ ਅਰਦਲੀ ਸਿੰਘ ਭੇਜਿਆ, ਜਾ ਕਹਿੰਦੇ ਭਾਈ ਮਸਤਾਨੀ ਨੂੰ ਬੁਲਾ ਕੇ ਲਿਆ। ਭੋਰਾ ਸਾਹਿਬ ਵਿੱਚੋਂ ਸਿੰਘ ਪਹੁੰਚਿਆ, ਕਮਰੇ ਦਾ ਕੁੰਡਾ ਬੰਦ ਸੀ, ਖੜਕਾਇਆ ਗੇਟ ਨੂੰ ਤਾਂ ਫਿਰ ਸਾਧ ਸੰਗਤ ਜੀ ਮਸਤੀ ਦੇ ਨੈਣ ਕਾਫੀ ਚਿਰ ਤਾਂ ਨਾ ਖੋਲਿਆ, ਫਿਰ ਕੁੰਡਾ ਖੋਲਿਆ। ਦੱਸ ਭਾਈ ਕਿਵੇਂ ਆਇਆ ਹੈ? ਕਹਿੰਦੇ ਮਾਤਾ ਜੀ ਸੰਤ ਮਹਾਰਾਜ ਜੀ ਯਾਦ ਕਰਦੇ ਹਨ। ਸਾਧ ਸੰਗਤ ਜੀ ਸਿੱਖ ਨੂੰ ਕੋਈ ਆ ਕੇ ਕਹੇ ਵੀ ਮਹਾਰਾਜ ਜੀ ਯਾਦ ਕਰਦੇ ਹਨ, ਜਦ ਸ਼ਨੀਵਾਰ ਆਉਂਦਾ ਹੈ ਚਾਅ ਚੜਿਆ ਹੁੰਦਾ ਹੈ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਜਾਣਾ ਹੈ। ਦੁਰਲੱਭ ਵਸਤੂ ਹੈ ਮਹਾਂਪੁਰਖਾਂ ਦੇ ਦਰਸ਼ਨ।
ਨੰਗੇ ਪੈਰੀ ਗਈ ਫਿਰ ਭੋਰਾ ਸਾਹਿਬ ਦੇ ਵਿੱਚ ਡਡੌਤ ਕੀਤੀ ਮਹਾਰਾਜ ਨੂੰ ਅੱਠੇ ਅੰਗ ਲਾ ਕੇ। ਸੱਚੇ ਪਾਤਸ਼ਾਹ ਕੀ ਹੁਕਮ ਹੈ? ਮਹਾਰਾਜ ਜੀ ਮੁਸਕਰਾਉਂਦੇ ਹਨ ਆਤਮ ਰਸ ਵਿੱਚ, ਕਹਿੰਦੇ ਮਸਤਾਨੀ ਜਿਹੜਾ ਸ਼ਬਦ ਪੜ੍ਹਦੀ ਸੈਂ ਸਾਨੂੰ ਵੀ ਸੁਣਾ। ਕਹਿੰਦੀ ਸੱਚੇ ਪਾਤਸ਼ਾਹ ਸੁਣਤਾ ਰਹੇ ਸੋ, ਇਹ ਤਾਂ ਸਿੱਖ ਜਾਣੇ ਜਾਂ ਗੁਰੂ ਜਾਣੇ। ਸਾਧ ਸੰਗਤ ਜੀ ਮਹਾਰਾਜ ਦੇ ਸਾਹਮਣੇ ਫਿਰ ਹੁਕਮ ਮੰਨ ਕੇ ਮਾਤਾ ਨੇ ਇਹੀ ਸ਼ਬਦ ਉਚਾਰਨ ਕੀਤਾ, ਉਸੇ ਤਰ੍ਹਾਂ ਨੱਚ ਕੇ ਆਤਮ ਰਸ ਦੇ ਵਿੱਚ। ਸਾਧ ਸੰਗਤ ਜੀ ਉਸਨੇ ਮਸਤੀ ਦੇ ਨਾਲ ਸ਼ਬਦ ਪੜ੍ਹਿਆ। ਹਜ਼ੂਰ ਨੇ ਬੜੇ ਪ੍ਰੇਮ ਨਾਲ ਸੁਣਿਆ। ਜਦ ਸ਼ਬਦ ਦੀ ਸਮਾਪਤੀ ਹੋਈ ਕਹਿੰਦੇ ਮਸਤਾਨੀਏ ਹਾਲੇ ਤਾਂ ਨਹੀਂ ਸਮਾਂ ਸਾਡੇ ਹੁੰਦਿਆਂ। ਸਾਧ ਸੰਗਤ ਜੀ ਅਸੀਂ ਦੇਖਦੇ ਰਹੇ ਹਾਂ ਗੁਰੂ ਨਾਨਕ ਦੀ ਕਿਰਪਾ ਦੁਆਰਾ ਰਾੜਾ ਸਾਹਿਬ ਵਾਲੇ ਸੰਤਾਂ ਦਾ ਹੀ ਡੰਕਾ ਵੱਜਦਾ ਸੀ ਉਦੋਂ ਸੰਸਾਰ ਦੇ ਵਿੱਚ। ਜਾਂ ਤਾਂ ਕਲੇਰਾਂ ਸਾਹਿਬ ਵਾਲੇ ਸੰਤ ਸਨ ਜਾਂ ਫਿਰ ਸਿਆੜ ਵਾਲੇ, ਇਹ ਦੋ ਤਿੰਨ ਮਹਾਂਪੁਰਖ ਸਨ, ਲੋਪਾਂ ਵਾਲੇ ਮਹਾਂਪੁਰਖ। ਪਰ ਬਹੁਤ ਘੱਟ, ਤਕਰੀਬਨ ਸਾਰਾ ਸੰਸਾਰ ਰਾੜਾ ਸਾਹਿਬ ਹੋਈ ਪਈ ਸੀ। ਕਹਿੰਦੇ ਸਮਾਂ ਆਏਗਾ ਮਸਤਾਨੀਏ ਇਹ ਤਾਂ ਇੱਟਾਂ ਤੇ ਹੀ ਬੈਠਿਆ ਕਰਨਗੇ, ਪੱਟਣ ਦੀ ਵੀ ਲੋੜ ਨਹੀਂ ਹੈ। ਆਓ ਮਹਾਂਪੁਰਖਾਂ ਦਾ ਬਚਨ ਅੱਜ ਸੱਤਰ ਹੋ ਰਿਹਾ ਹੈ। ਸਾਧ ਸੰਗਤ ਜੀ ਮਹਾਂਪੁਰਖ ਤਾਂ ਤਰਕਾਲੀ ਹੁੰਦੇ ਹਨ। ਇਹਨਾਂ ਲੋਕਾਂ ਨੂੰ ਕੀ ਪਤਾ, ਇਹ ਤਾਂ 4 ਗੱਡੀਆਂ ਕੋਲੇ ਆ ਜਾਣ, 2 ਬਿੱਗੇ ਜਗ੍ਹਾ ਬਣ ਜੇ, ਬਸ ਇਹ ਕਹਿੰਦੇ ਹੁਣ ਸਾਡੇ ਵਰਗਾ ਕੋਈ ਨਹੀਂ, ਮੂਰਖਾ ਇਹ ਤਾਂ ਸਭ ਕੁਝ ਇੱਥੇ ਹੀ ਛੱਡ ਜਾਣਾ ਹੈ। ਉਹ ਤਾਂ ਜਿਹੜੀ ਵਸਤੂ ਹੈ ਵਿਰਲੇ ਨੂੰ ਮਿਲਦੀ ਹੈ, ਜਿਹੜਾ ਅਧਿਕਾਰੀ ਹੁੰਦਾ ਹੈ। ਆਓ ਵਰਮ ਗਿਆਨ ਦਾ ਦਾਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰ ਰਹੇ ਹਨ। ਕਹਿੰਦੇ ਭਾਈ 3 ਤਾਪ ਲਾ ਦੇਵੇ ਪਰਮੇਸ਼ਰ ਦਾ ਨਾਮ। ਜਾਓ ਕਹਿੰਦੇ ਰਾਜੇ ਨੂੰ ਸੁਨੇਹਾ ਦਿਓ, ਔਰ ਤੁਹਾਡਾ ਸਾਰਾ ਪਿੰਡ ਵਰਮ ਗਿਆਨੀਆਂ ਦਾ ਹੈ। ਇੱਕ ਵਰਮ ਗਿਆਨੀ ਲਿਆਓ, ਸਾਨੂੰ ਜ਼ਿਆਦਾ ਵਰਮ ਗਿਆਨੀ ਨਹੀਂ ਚਾਹੀਦੇ। ਕਹਿੰਦੇ ਮਹਾਰਾਜ ਜੀ ਸਾਡਾ ਤਾਂ ਸਾਰਾ ਹੀ ਪਿੰਡ ਵਰਮ ਗਿਆਨੀਆਂ ਦਾ ਹੈ। ਕਹਿੰਦੇ ਜਾਓ ਸੁਨੇਹਾ ਦਿਓ ਉਹਨਾਂ ਵਰਮ ਗਿਆਨੀਆਂ ਨੂੰ ਵੀ ਕੋਲੂ ਵਿੱਚ ਪੜਾਵਾਂਗੇ ਅਸੀਂ ਵਰਮ ਗਿਆਨੀ ਨੂੰ। ਜਿਹੜਾ ਉਹਦੇ ਵਿੱਚੋਂ ਤੇਲ ਨਿਕਲੇਗਾ ਸਰੀਰ ਵਿੱਚੋਂ, ਉਹ ਤੇਲ ਰਾਜੇ ਦੀ ਢੂਹੀ ਤੇ ਮਲੇਗਾ ਤਾਂ ਉਹ ਮਲਣ ਦੇ ਨਾਲ ਕੈਂਸਰ ਦਾ ਰੋਗ ਠੀਕ ਹੋ ਜਾਏਗਾ। ਇਹ ਸੁਨੇਹਾ ਦਿੱਤਾ ਫਿਰ ਸਾਧ ਸੰਗਤ ਜੀ ਸਾਰੇ ਪਿੰਡ ਵਾਸੀਆਂ ਨੇ। ਜਿਹੜੇ ਵਰਮ ਗਿਆਨੀ ਸਨ ਕੋਈ ਨਹੀਂ ਲੱਭਿਆ। ਸਾਧ ਸੰਗਤ ਜੀ ਸਾਰੇ ਖੱਡਾਂ ਵਿੱਚ ਲੁਕ ਗਏ। ਤਾਂ ਹੀ ਤਾਂ ਸਾਡੇ ਗੁਰੂ ਨੇ ਬਚਨ ਕੀਤਾ ਹੈ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਕਿਤਨੇ ਸਿੰਘ ਹੋਏ ਆਪਣੇ ਸਾਧ ਸੰਗਤ ਜੀ ਗੁਰੂ ਨਾਨਕ ਦੇ ਦਰ ਘਰ ਵਿੱਚ। ਗੁੱਟ ਵੱਢਣ ਲੱਗੇ ਭਾਈ ਸਾਹਿਬ ਮਨੀ ਸਿੰਘ ਦਾ, ਕਹਿੰਦੇ ਭਾਈ ਬੰਦ ਦਾ ਹੁਕਮ ਹੈ, ਉਂਗਲੀ ਤੋਂ ਸ਼ੁਰੂ ਕਰ। ਨਾਲੇ ਹੱਸਦੇ ਹਨ ਆਪਣੇ ਮੁਖਾਰਬੰਦ ਤੋਂ। ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ। ਕਹਿੰਦੇ ਵੀ ਤੇਰੀ ਕੋਈ ਆਖਰੀ ਇੱਛਾ? ਕਹਿੰਦਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ 9ਵਾਂ ਸਰੂਪ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿੰਜਰੇ ਵੱਲ ਕਹਿੰਦਾ ਮੇਰਾ ਮੂੰਹ ਕਰਦੇ, ਦਰਸ਼ਨ ਕਰਦਾ ਹੀ ਜਾਵਾਂ ਸੱਚਖੰਡ ਨੂੰ। ਇਹ ਹੁੰਦੇ ਹਨ ਵਰਮ ਗਿਆਨੀ। ਦੇਗਾਂ ਵਿੱਚ ਵਾਲ ਤੇ ਸੀ ਨਹੀਂ ਕੀਤੀ, ਆਰਿਆਂ ਨਾਲ ਚਰਾਏ ਗਏ, ਰੰਬੀਆਂ ਨਾਲ ਮਾਸ ਲਾਏ, ਕੀ ਕੁਛ ਨਹੀਂ ਗੁਰਸਿੱਖਾਂ ਨੇ ਕੀਤਾ। ਜਿਹੜੇ ਅੱਜ ਕੱਲ੍ਹ ਗੱਲਾਂ ਮਾਰਦੇ ਹਨ, ਸੂਈ ਤਾਂ ਚਬੋ ਕੇ ਦੇਖੋ, ਚੀਕਾਂ ਨਿਕਲ ਜਾਣਗੀਆਂ ਇਹਨਾਂ ਦੀਆਂ। ਵਰਮ ਗਿਆਨੀ ਦਾ ਸਰੀਰ ਤਾਂ ਇਉਂ ਹੁੰਦਾ ਹੈ ਜਿਵੇਂ ਸਾਧ ਸੰਗਤ ਜੀ ਆਪਾਂ ਕੈਨੇਡਾ ਜਾਂਦੇ ਹਾਂ। ਇਹ ਵੀ ਇੱਕ ਮਿਸਾਲ ਹੈ, ਇਹ ਤੋਂ ਵੀ ਪਰੇ ਹੈ। ਵਰਮ ਗਿਆਨੀ ਨੂੰ ਨਹੀਂ ਸਰੀਰ ਭਾਸਦਾ ਹੁੰਦਾ ਵੀ ਸਰੀਰ ਕਿੱਥੇ ਹੈ। ਕਿਤੇ ਕਿਤੇ ਮਹਾਰਾਜ ਜੀ ਜਾਂ ਪਰਮਾਰਥ ਦੇ ਬਚਨ ਸੁਣਾਇਆ ਕਰਦੇ ਸਨ। ਕਹਿੰਦੇ ਭਾਈ ਕਰੋੜਾਂ ਕੋ ਦੂਰ ਹੁੰਦਾ ਹੈ ਵਰਮ ਗਿਆਨੀ ਦਾ ਸਰੀਰ ਵਰਮ ਗਿਆਨੀ ਤੋਂ। ਜਿਵੇਂ ਬਾਬਾ ਬੰਦਾ ਬਹਾਦਰ ਨੂੰ ਪੁੱਛਿਆ ਸੀ, ਮਹਾਰਾਜ ਜੀ ਤੁਹਾਡੇ ਮੂੰਹ ਵਿੱਚ ਤੁਹਾਡੇ ਬੱਚੇ ਦਾ ਕਲੇਜਾ ਪਾਇਆ ਗਿਆ, ਤੁਹਾਡੇ ਸਰੀਰ ਨੂੰ ਇਤਨੀ ਤਕਲੀਫ ਦਿੱਤੀ ਜਾ ਰਹੀ ਹੈ, ਗਰਮ ਜਮੂਰਾਂ ਨਾਲ ਮਾਸ ਖਿੱਚਿਆ ਜਾ ਰਿਹਾ ਹੈ। ਕਹਿੰਦਾ ਪ੍ਰੇਮੀਆ ਘਬਰਾ ਨਾ, ਜਿਵੇਂ ਤੇਰਾ ਮਕਾਨ ਢਹਿੰਦਾ ਹੋਵੇ, ਤੂੰ ਮਕਾਨ ਚੋਂ ਨਿਕਲ ਕੇ ਬਾਹਰ ਕਿਸੇ ਦਰਖਤ ਥੱਲੇ ਜਾ ਬੈਠੇ। ਸਾਡੀ ਤਾਂ ਇਹ ਅਵਸਥਾ ਹੈ ਗੁਰੂ ਕਲਗੀਧਰ ਮਹਾਰਾਜ ਜੀ ਦੀ ਕਿਰਪਾ ਦੁਆਰਾ। ਆਓ ਸਾਰੇ ਛੁਪ ਗਏ ਉਹ ਵਰਮ ਗਿਆਨੀ ਨਕਲੀ। ਤਾਂ ਜਿਹੜਾ ਅਸਲੀ ਵਰਮ ਗਿਆਨੀ ਸੀ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਫਿਰ
अठे अंग ला के नमस्कार कीती। सच्चे पातशाह किरपा दृष्टि करो, जे साडे राजे दा शरीर ठीक हो जावे ਤਾਂ ਮੇਰੇ ਸਰੀਰ ਲੇਖੇ ਵਿੱਚ ਲੱਗ ਜਾਏਗਾ, ਮੇਰਾ ਹੋਰ ਮੇਰੇ ਵੱਡੇ ਭਾਗ ਕੀ ਹੋਣਗੇ। ਆਓ ਸਾਧ ਸੰਗ ਜੀ, ਇਹਨਾਂ ਵਰਮ ਗਿਆਨੀਆਂ ਬਾਰੇ ਹੀ ਇਹ ਬਚਨ ਆਉਂਦੇ ਹਨ ਵੀ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਉਂ ਸਾਡੇ ਗੁਰੂ ਮਹਾਰਾਜ ਵਰਮ ਗਿਆਨੀਆਂ ਦੇ ਪ੍ਰਥਾਏ ਬਚਨ ਕਰਦੇ ਵੀ ਉਹ ਤਾਂ ਚਾਅ ਨਾਲ ਉਡੀਕਦੇ ਹਨ ਵੀ ਕਦ ਖੱਪਰ ਲਹੇ ਪਰਮੇਸ਼ਰ ਵਿੱਚ ਸਦਾ ਵਾਸਤੇ ਲੈ ਹੋ ਜਾਈਏ। ਉਹ ਹੁਣ ਚਰਨਾਂ ਵਿੱਚ ਲੰਮਾ ਪਿਆ ਹੈ ਜਿਹੜਾ ਅਸਲੀ ਵਰਮ ਗਿਆਨੀ ਹੈ। ਔਰ ਮੁਖਾਰਬਨ ਤੋਂ ਕੀ ਬਚਨ ਕਰਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ, ਆਓ ਸਾਰੇ ਪ੍ਰੇਮ ਨਾਲ ਪੜ੍ਹੀਏ। ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ, ਲੇਖੇ ਵਿੱਚ ਲਾ ਲੋ ਜੀ जन्म तुम्हारे लिखे। जन्म तुम्हारे लिखे, जन्म तुम्हारे लिखे, जन्म तुम्हारे लिखे, जन्म तुम्हारे लिखे। लिखे विच ला लो जी जन्म तुम्हारे, लिखे विच ला लो जी जन्म तुम्हारे लिखे। ਵਰਮ ਗਿਆਨੀ ਪਰ ਉਪਕਾਰ ਮਹਾ, ਇਹ ਗੁਰੂ ਦੇ ਬਚਨ ਹਨ। ਵਰਮ ਗਿਆਨੀ ਹਮੇਸ਼ਾ ਹੀ ਪਰ ਉਪਕਾਰ ਕਰਦੇ ਹਨ। ਸੱਚੇ ਪਾਤਸ਼ਾਹ ਜੇ ਨਾਸਵੰਤ ਸਰੀਰ ਲੇਖੇ ਵਿੱਚ ਲੱਗ ਕੇ ਰਾਜੇ ਦਾ ਰੋਗ ਠੀਕ ਹੋ ਜਾਏ ਤਾਂ ਕਿਰਪਾ ਕਰੋ ਸੱਚੇ ਪਾਤਸ਼ਾਹ ਤੁਸੀਂ ਜਗਤ ਨੂੰ ਤਾਰਨ ਆਏ ਹੋ। ਉਹ ਵਰਮ ਗਿਆਨੀ ਸੀ, ਉਹ ਵੀ ਜਾਣਦਾ ਸੀ ਵੀ ਸਾਹਮਣੇ ਕੌਣ ਬੈਠਾ ਹੈ। ਬੇਨਤੀ ਕੀਤੀ, ਮਹਾਰਾਜ ਬਹੁਤ ਖੁਸ਼ ਹੋਏ। ਗਲਵੱਕੜੀ ਵਿੱਚ ਲਿਆ, ਪਿੱਠ ਤੇ ਖੱਤ ਫੇਰਿਆ, ਸਿਰ ਤੇ ਖੱਤ ਫੇਰਿਆ। ਕਹਿੰਦੇ ਭਾਈ ਤੈਨੂੰ ਹੀ ਪ੍ਰਗਟ ਕਰਨ ਆਏ ਸਾਂ ਇਸ ਨਗਰ ਦੇ ਵਿੱਚ, ਬੁਲਾਓ ਰਾਜੇ ਨੂੰ। ਰਾਜੇ ਨੂੰ ਬੁਲਾਇਆ ਗਿਆ। ਘੜੌਂਜੀ ਉੱਥੇ ਸਾਧ ਸੰਗ ਜੀ ਪੁਰਾਣੇ ਬੰਦਿਆਂ ਨੇ ਤਾਂ ਦੇਖੀ ਹੋਏਗੀ, ਨਵੇਂ ਨਹੀਂ ਜਾਣਦੇ ਵੀ ਘੜੌਂਜੀ ਕੀ ਹੁੰਦੀ ਹੈ। ਘੜੌਂਜੀ ਬਣਾਈ, ਉੱਤੇ ਰਾਜੇ ਨੂੰ ਬਿਠਾਇਆ, ਥੱਲੇ ਰਾਜੇ ਨੂੰ, ਉੱਤੇ ਉਹ ਵਰਮ ਗਿਆਨੀ ਦੇ ਸਰੀਰ ਨੂੰ ਬਿਠਾਇਆ। ਬੈਠਾ ਹੁਣ ਸਮਾਧੀ ਲਾਈ ਉੱਤੇ ਘੜੌਂਜੀ ਤੇ। ਕਹਿੰਦੇ ਭਾਈ ਜਲ ਪਾਓ ਵਰਮ ਗਿਆਨੀ ਦੇ ਸਰੀਰ ਤੇ। ਸਾਧ ਸੰਗ ਜੀ ਸੇਵਕਾਂ ਨੇ ਹਜ਼ੂਰ ਦਾ ਹੁਕਮ ਮੰਨ ਕੇ ਜਲ ਪਾਇਆ। ਜਿਤਨਾ ਜਲ ਪੈਂਦਾ ਹੈ ਵਰਮ ਗਿਆਨੀ ਦੇ ਸਰੀਰ ਤੇ, ਉਹ ਸਾਧ ਸੰਗ ਜੀ ਪਵਿੱਤਰ ਦੇਹੀ ਨੂੰ ਲੱਗਿਆ ਜਲ ਜਦ ਰਾਜੇ ਦੇ ਸਰੀਰ ਤੇ ਪੈਣਾ ਸ਼ੁਰੂ ਹੋਇਆ। ਇੱਕ ਮੋਰੀ ਹੁੰਦੀ ਹੈ ਘੜੌਂਜੀ ਦੇ ਵਿੱਚ, ਉਹ ਮੋਰੀ ਰਾਹੀਂ ਫਿਰ ਪਾਣੀ ਆਉਂਦਾ ਹੈ। ਥੱਲੇ ਰਾਜਾ ਬੈਠਾ ਹੈ। ਇਸ਼ਨਾਨ ਕਰਾਇਆ, ਸਨਕੇਸ਼ੀ ਇਸ਼ਨਾਨ ਕਰਾਇਆ ਰਾਜੇ ਦਾ। ਰਾਜੇ ਦੀ ਦੇਹੀ ਕੰਚਨ ਵਰਗੀ ਹੋ ਜਾਂਦੀ ਹੈ। ਕਿਤੇ ਹੀ ਫੋੜੇ ਫੂੜੇ ਗਏ, ਕਿਤੇ ਹੀ ਕੈਂਸਰ ਦਾ ਰੋਗ ਗਿਆ, ਕੰਚਨ ਵਰਗਾ ਹੋਇਆ ਸਰੀਰ। ਸਤਕਾਰ ਨਾਲ ਲਾਇਆ ਵਰਮ ਗਿਆਨੀ ਨੂੰ ਉੱਤੋਂ। ਕਹਿੰਦੇ ਭਾਈ ਇਹ ਹੈ ਜਿਸ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਖਰ ਪ੍ਰਭ ਚੀਤ। ਉਹ ਸਾਰੇ ਫਿਰ ਜਿਹੜੇ ਖੁੱਡਾਂ ਵਿੱਚ ਲੁਕੇ ਸਨ ਵਰਮ ਗਿਆਨੀ, ਉੱਥੇ ਫਿਰ ਮਹਾਰਾਜ ਕਹਿੰਦੇ ਮਰਦਾਨਿਆ ਰਬਾਬ ਚੱਕ। ਹਜ਼ੂਰ ਨੇ ਆਪਣੀ ਪਵਿੱਤਰ ਰਸਨਾ ਤੋਂ ਇਉਂ ਬਚਨ ਉਚਾਰੇ ਸਨ। ਰੱਬ ਮਿਲਦਾ ਗਰੀਬੀ ਦਾ ਵੇ,
ਦੁਨੀਆ ਮਾਣ ਕਰਦੀ ਐ, ਰੱਬ ਮਿਲਦਾ ਗਰੀਬੀ ਦਾ ਵੇ। ਦੁਨੀਆ ਮਾਣ ਕਰਦੀ ਐ, ਦੁਨੀਆ ਮਾਣ ਕਰਦੀ ਐ, ਮਾਣ ਕਰਦੀ ਐ ਜੀ। ਦੁਨੀਆ ਮਾਣ ਕਰਦੀ ਐ, ਮਾਣ ਕਰਦੀ ਐ। ਦੁਨੀਆ ਮਾਣ ਕਰਦੀ ਐ ਜੀ। ਦੁਨੀਆ ਮਾਣ ਕਰਦੀ ਐ, ਮਾਣ ਕਰਦੀ ਐ ਜੀ। ਦੁਨੀਆ ਮਾਣ ਕਰਦੀ ਐ। ਰੱਬ ਮਿਲਦਾ ਗਰੀਬੀ ਦਾ ਵੇ, ਮਾਣ ਕਰਦੀ ਐ। ਰੱਬ ਮਿਲਦਾ ਗਰੀਬੀ ਦਾ ਵੇ, ਮਾਣ ਕਰਦੀ ਐ। ਆਓ ਸਾਧ ਸੰਗਤ ਜੀ, ਉੱਥੇ ਹੁਕਮ ਕੀਤਾ। ਫਿਰ ਖਜੂਰ ਨੇ ਰਾਜੇ ਨੂੰ ਕਿਹਾ, ਭਾਈ ਧਰਮਸ਼ਾਲ ਬਣਾਓ। ਆ ਤੁਹਾਡੇ ਇਲਾਕੇ ਵਿੱਚ ਪਰਮੇਸ਼ਰ ਨੇ ਵਰਮ ਗਿਆਨੀ ਦੀ ਦਾਤ ਬਖਸ਼ੀ ਹੈ ਤੁਹਾਨੂੰ, ਇਹਨਾਂ ਦੀ ਸੰਗਤ ਕਰੋ। ਸਾਰੇ ਨਗਰਾਂ ਸ਼ਹਿਰਾਂ ਵਾਲਿਆਂ ਨੇ ਖਜੂਰ ਤੋਂ ਚਰਨਾਮਤ ਦੀ ਦਾਤ ਲੈ ਕੇ, ਨਾਮ ਦੀ ਦਾਤ ਲੈ ਕੇ ਸਾਰੇ ਨਗਰ ਉਹ ਫਿਰ ਗੁਰੂ ਨਾਨਕ ਦੇ ਸਿੱਖ ਬਣੇ। ਆਓ ਸਾਧ ਸੰਗਤ ਜੀ, ਸਮੇਂ ਦੀ ਵੀ ਸਮਾਪਤੀ ਹੈ। ਬਰਮ ਗਿਆਨੀ ਤਾਂ ਇੱਕ ਹੋਵੇ, ਸਾਰੇ ਸੰਸਾਰ ਦਾ ਭਲਾ ਕਰਨ ਨੂੰ ਉਹ ਸਮਰੱਥ ਹੈ। ਤੁਹਾਡੇ ਇਲਾਕੇ ਵਿੱਚ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ। ਇਤਨੇ ਹੀ ਵੱਡੀ ਅਵਸਥਾ ਦੇ ਮਹਾਂਪੁਰਖਾਂ ਨੂੰ ਤੁਹਾਡੇ ਕੋਲ ਰੰਗ ਲਾਏ ਹਨ ਤੁਹਾਨੂੰ, ਤਾਂ ਤੇ ਆਓ ਜਿਤਨਾ ਸਮਾਂ ਹੈ ਤੁਹਾਡੇ ਕੋਲ ਆਲੇ ਦੁਆਲੇ ਦੇ ਨਗਰ ਨਿਵਾਸੀਓ, ਮਹਾਂਪੁਰਖਾਂ ਦੇ ਦਰਸ਼ਨ ਕਰੋ, ਬਚਨ ਕਮਾਓ। ਇਹਨਾਂ ਤੋਂ ਨਾਮ ਦੀ ਦਾਤ ਲੈ ਕੇ ਅੰਮ੍ਰਿਤ ਛਕ ਕੇ ਨਾਮ ਦੀ ਕਮਾਈ ਕਰੋ। ਤੁਹਾਡਾ ਇਲਾਕਾ ਭਾਗਾਂ ਵਾਲਾ ਹੈ ਜਿੱਥੇ ਮਹਾਂਪੁਰਖ ਚਰਨ ਪਾਉਂਦੇ ਹਨ। ਆਓ ਅਸੀਂ ਵੀ ਬੇਨਤੀ ਕਰਦੇ ਹਾਂ ਮਹਾਰਾਜ ਨੂੰ, ਬਈ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਤੇ ਵੀ। ਬਚਪਨ ਤੋਂ ਲੈ ਕੇ ਗੁਰੂ ਨਾਨਕ ਨੇ ਕਿਰਪਾ ਕੀਤੀ, ਹੁਣ ਤੱਕ ਇਤਨਾ ਸਮਾਂ ਲੰਘ ਗਿਆ। ਹੁਣ ਕਿਰਪਾ ਦ੍ਰਿਸ਼ਟੀ ਕਰ ਦਿਓ। ਹੁਣ ਤੱਕ ਕੇ ਨਾਨਕ ਕੇ ਕਰ ਕੇਵਲ ਨਾਮ, ਦੁਨੀਆ ਦੇ ਬੰਧਨ ਕੱਟ ਦਿਓ। ਸਾਰੇ ਬੰਧਨ ਦੁਨੀਆ ਦੇ ਕੱਟ ਕੇ ਕੇਵਲ ਤੇ ਕੇਵਲ ਨਾਮ, ਨਾਮ ਦਾ ਕੀਰਤਨ ਕਰਾ ਕੇ ਜਨਮ ਲੇਖੇ ਵਿੱਚ ਲਾ ਦਿਓ। ਤੁਹਾਡੇ ਚਰਨਾਂ ਵਿੱਚ ਇਹੀ ਬੇਨਤੀ ਕਰਨ ਆਉਂਦੇ ਹਾਂ। ਆਓ ਸਾਧ ਸੰਗਤ ਜੀ, ਸਮਾਂ ਵੀ ਹੁਣ ਆਗਿਆ ਨਹੀਂ ਦਿੰਦਾ। ਹਜ਼ੂਰ ਦੇ ਬਚਨ ਕਰਦੇ ਹਾਂ ਤਾਂ ਚਾਹੇ ਸਾਲ ਬੈਠੇ ਰਹੀਏ ਆਪਾਂ। ਸਾਧ ਸੰਗਤ ਜੀ, ਇਹ ਬਚਨ ਨਹੀਂ ਸੰਤ ਮਹਾਰਾਜ ਜੀ ਦੇ, ਹਜ਼ੂਰ ਦੇ, ਗੁਰੂ ਨਾਨਕ ਦੇ ਮੁਖ ਦੇ, ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨਾਂ ਨਾਲ ਪਿਆਰ ਪਾਇਆ ਹੈ। ਇਹ ਸੱਚਾ ਪਿਆਰ, ਇਤਨੀ ਤਾਕਤ ਹੈ ਪਿਆਰ ਦੇ ਵਿੱਚ, ਨਾ ਉੱਥੇ ਸਰੀਰ ਪਾਸੇ ਨਾ ਉੱਥੇ ਦੁਨੀਆ ਪਾਸੇ, ਉੱਥੇ ਤਾਂ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ। ਆਓ ਹੁਣ ਸਮੇਂ ਦੀ ਸਮਾਪਤੀ ਹੈ। 1 ਮਿੰਟ ਆਪਾਂ ਵਾਹਿਗੁਰੂ ਦੀਆਂ ਧੁਨਾਂ ਗਜਾ ਕੇ ਫਿਰ ਸਾਧ ਸੰਗਤ ਜੀ ਗੁਰੂ ਸਤੋਤਰ ਵਿੱਚ ਬੋਲਾਂਗੇ। ਸਤਨਾਮ
ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ। ਆਓ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਇਹ ਸੰਪਰਦਾ ਵਿੱਚ ਤਾਂ ਇਤਨੀ ਗੁਰੂ ਨਾਨਕ ਦੀ ਕਿਰਪਾ ਹੈ, 101 ਬਰਮ ਗਿਆਨੀ ਵੀ ਮਹਾਂਪੁਰਖਾਂ ਦੇ ਚਰਨਾਂ ਵਿੱਚ। ਬਾਬਾ ਕਰਮ ਸਿੰਘ ਮਹਾਰਾਜ ਜੀ ਹੋਤੀ ਮਰਦਾਨ ਵਾਲਿਆਂ ਦੇ 101 ਬਰਮ ਗਿਆਨੀ ਹੁੰਦਾ ਸੀ। ਆਓ ਇਹ ਬਹੁਤ ਉੱਚੀ ਤੇ ਸੁੱਚੀ ਸੰਪਰਦਾ ਹੈ। ਲਾਹਾ ਲਓ, ਸੰਸਾਰ ਤੇ ਪਤਾ ਨਹੀਂ ਜੀਵਨ ਦਾ ਕਦ ਅੰਤ ਹੋ ਜਾਵੇ। ਆਓ ਹੁਣ ਗੁਰੂ ਸਤੋਤਰ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰੋ, ਫਿਰ ਅਰਦਾਸ ਹੋਏਗੀ ਸੂਖਮ। ਫਿਰ ਸਾਧ ਸੰਗਤ ਜੀ ਜਿਵੇਂ ਵੀ ਪ੍ਰਬੰਧਕਾਂ ਦਾ ਹੁਕਮ ਹੈ, ਹੁਕਮ ਮੰਨ ਕੇ ਗੁਰੂ ਗੁਰੂ ਕਰਦੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਹਨ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ। ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ। ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ। ਧਨ ਪਿਆਰੇ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ। ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ।
ਹੈ ਗੁਰੂ ਹਰਿ ਰਾਏ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਤੇਗ ਬਹਾਦਰ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੋਬਿੰਦ ਸਿੰਘ ਜੀ ਧਨ ਹੈ। ਧਨ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਧਨ ਹੈ ਧਨ ਹੈ ਤੇਰੀ ਸਾਧ ਸੰਗਤ ਜੀ ਧਨ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਦਰਗਾਹ ਚ ਪਾਵੇਂ ਮਾਣ ਪਿਆਰਿਆ। ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ ਮਨ ਵਾਹਿਗੁਰੂ ਜਪ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ।